ਤਾਂ ਅੱਜ ਮੈਂ ਪਿਛਲੇ ਲੈਕਚਰ ਨੂੰ ਕੰਟੀਨਿਊ ਕਰਾਂਗੀ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਲੈਡਰ ਆਪਰੇਟਰ ਰੇਜ਼ਿੰਗ ਲੈਡਰ ਅਤੇ ਲੋਅਰਿੰਗ ਲੈਡਰ ਆਪਰੇਟਰ। ਠੀਕ ਹੈ, ਤਾਂ ਅੱਜ ਮੈਂ ਕੋਸ਼ਿਸ਼ ਕਰਾਂਗੀ ਅਤੇ ਮੈਂ ਹੋਰ ਲੈਡਰ ਆਪਰੇਟਰ ਬਾਰੇ ਗੱਲ ਕਰਾਂਗੀ ਅਤੇ ਉਹਨਾਂ ਦਾ ਇਸਤੇਮਾਲ ਕਰਕੇ ਕਿਵੇਂ ਐਕਸਪੈਕਟੇਸ਼ਨ ਵੈਲਿਊ ਨੂੰ ਪਤਾ ਕਰਨਾ ਹੈ। ਇਹ ਆਸਾਨ ਹੋ ਜਾਂਦਾ ਹੈ। ਲੈਡਰ ਆਪਰੇਟਰ ਜਾਂ ਹਾਈਜ਼ਨਬਰਗ ਤਸਵੀਰ ਦੇ ਲਈ ਹਾਈਜ਼ਨਬਰਗ ਇਕੁਏਸ਼ਨ ਕੀ ਹੋਵੇਗੀ? ਇਹਨਾਂ ਲੈਡਰ ਆਪਰੇਟਰ ਦੀ ਐਵੋਲਿਊਸ਼ਨ ਕਿਵੇਂ ਹੁੰਦੀ ਹੈ ਅਤੇ ਫਿਰ ਚੀਜ਼ਾਂ ਨੂੰ ਕਲਾਸੀਕਲ ਫਿਜ਼ਿਕਸ ਦੇ ਹੋਰ ਨਜ਼ਦੀਕ ਲਿਆਉਣ ਦੇ ਲਈ ਤੁਸੀਂ ਜਾਣਦੇ ਹੋ ਕਿ ਕਿਵੇਂ ਹਾਰਮੋਨਿਕ ਓਸੀਲੇਟਰ ਜੇਕਰ ਤੁਸੀਂ ਐਕਸਆਫਟੀ ਦੀ ਪੋਜੀਸ਼ਨ ਲਿਖਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਸ ਤਰ੍ਹਾਂ ਲਿਖਦੇ ਹੋ a cos ਓਮੇਗਾ t ਪਲਸ b sin ਓਮੇਗਾ t। ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਤੁਸੀਂ ਐਕਸਪੈਕਟੇਸ਼ਨ ਵੈਲਿਊ ਪਤਾ ਕਰਨੀ ਹੈ ਜਿਸ ਦਾ ਸਮਾਨ ਵਿਵਹਾਰ ਹੈ ਅਤੇ ਇਹ ਕੇਵਲ ਉਦੋਂ ਹੋਵੇਗਾ ਜੇਕਰ ਤੁਸੀਂ ਸਟੇਟਸ ਦੇ ਸਪੈਸਿਫਿਕ ਸੈੱਟ ਨੂੰ ਦੇਖਦੇ ਹੋ ਜਿਸ ਨੂੰ ਕੋਹੇਰੈਂਟ ਸਟੇਟਸ ਕਿਹਾ ਜਾਂਦਾ ਹੈ। ਠੀਕ ਹੈ, ਇਸ ਲਈ ਇਹ ਕੋਹੇਰੈਂਟ ਸਟੇਟਸ ਮਹੱਤਵਪੂਰਨ ਹਨ। ਤਾਂ ਇਹ ਅੱਜ ਦਾ ਵਿਸ਼ਾ ਹੈ ਜੋ ਕਿ ਤੁਹਾਡੇ ਲੈਡਰ ਆਪਰੇਟਰ ਦੇ ਇਸਤੇਮਾਲ ਤੇ ਆਧਾਰਿਤ ਹੈ। ਠੀਕ ਹੈ, ਤਾਂ ਆਓ ਪਿਛਲੀ ਚੀਜ਼ਾਂ ਨੂੰ ਮੁੜ ਦੁਹਰਾਈਏ ਜੋ ਅਸੀਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਹੈਮਿਲਟੋਨੀਅਨ ਲੈਡਰ ਆਪਰੇਟਰਾਂ ਦੇ ਸੰਬੰਧ ਵਿੱਚ। ਠੀਕ ਹੈ, ਡੈਗਰ ਐਰੇ ਪਲਸ 1/2 ਮਲਟੀਪਲਾਈ ਬਾਈ h ਕ੍ਰਾਸ ਓਮੇਗਾ ਡਾਇਮੈਂਸ਼ਨਲੀ ਸਹੀ ਹੈ। ਇੱਕ ਡੈਗਰ ਏ ਇੱਕ ਨੰਬਰ ਆਪਰੇਟਰ ਹੈ ਜੋ ਡਾਇਮੈਂਸ਼ਨਲੈਸ ਹੈ ਅਤੇ ਉਹਨਾਂ ਦੀਆਂ ਆਈਗਨ ਸਟੇਟਸ ਜਿਨ੍ਹਾਂ ਨੂੰ K10 ਦੁਆਰਾ ਡਿਨੋਟ ਕੀਤਾ ਜਾਂਦਾ ਹੈ। K10 ਤੇ ਨੰਬਰ ਸੈੱਟ ਕੁਝ ਨਹੀਂ ਬਲਕਿ ਇਹ ਡੈਗਰ ਏ ਹੈ ਅਤੇ ਇਹ ਆਈਗਨ ਵੈਲਿਊ n ਵਾਲੀ ਆਈਗਨ ਸਟੇਟ ਹੈ ਅਤੇ ਇੰਟੀਜਰ ਹਨ। ਇਸ ਬਾਰੇ ਵੀ ਉਹਨਾਂ ਨੇ ਪਿਛਲੀ ਵਾਰ ਬਹਿਸ ਕੀਤੀ ਸੀ ਅਤੇ ਸਮਾਨ ਸਟੇਟ ਦੇ ਅਨੁਸਾਰੀ ਐਨਰਜੀ ਹੈਮਿਲਟੋਨੀਅਨ ਤੇ ਨੰਬਰ ਆਪਰੇਟਰ ਦੀ ਸੰਬੰਧਿਤ ਆਈਗਨ ਸਟੇਟਸ ਹਨ ਕਿਉਂਕਿ ਇਹ ਉਸ ਦੇ ਅਨੁਪਾਤਕ ਹਨ ਜੋ ਕਿ ਇਹ ਕਾਸ ਹੈ ਜੋ ਕਿ ਸ਼ਿਫਟ ਹੈ n ਪਲਸ ਅੱਧ h ਕ੍ਰਾਸ ਓਮੇਗਾ। ਇਹ ਸਪਸ਼ਟ ਹੈ ਅਤੇ ਅਸੀਂ ਇਸ ਨੂੰ ਪ੍ਰਾਪਤ ਵੀ ਕੀਤਾ ਹੈ ਕਿ ਇਹ ਲੈਡਰ ਆਪਰੇਟਰ ਦੀ ਆਈਗਨ ਸਟੇਟਸ ਨਹੀਂ ਹਨ ਅਤੇ ਲੈਡਰ ਆਪਰੇਟਰ ਦੀ ਪਰਿਭਾਸ਼ਾ ਇਹ ਲੋਅਰਿੰਗ ਆਪਰੇਟਰ ਹੈ ਜੋ ਕਿ n ਨੂੰ n-1 ਤੱਕ ਲਿਜਾਂਦਾ ਹੈ ਅਤੇ ਇਹ ਕੋਐਫੀਸ਼ੀਐਂਟ ਨੂੰ ਸਖਤੀ ਨਾਲ ਉਸ ਦਾ ਸਕੁਏਅਰ ਰੂਟ ਹੋਣਾ ਚਾਹੀਦਾ ਹੈ। ਇਹ ਵੀ ਅਸੀਂ ਪ੍ਰਾਪਤ ਕੀਤਾ ਹੈ। ਅਸੀਂ ਦੀ ਲੈਂਬਡਾ ਅਤੇ ਸੀ ਲੈਂਬਡਾ ਲਿਖਿਆ ਸੀ ਅਤੇ ਅਸੀਂ ਇਸ ਕੋਐਫੀਸ਼ੀਐਂਟ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਇੱਕ ਡੈਗਰ ਰੇਜ਼ੀਜ਼ ਦੱਦਾ ਸਟੇਟ ਰੇਜ਼ੀਜ਼ ਤੋਂ ਮੇਰਾ ਮਤਲਬ ਹੈ ਇਹ ਤੁਹਾਨੂੰ ਅਨੁਸਾਰੀ ਕੋਫੀਸ਼ੀਐਂਟ ਦੇ ਨਾਲ ਲੋਅਰ ਐਨਰਜੀ ਸਟੇਟ ਤੋਂ ਹਾਇਰ ਐਨਰਜੀ ਸਟੇਟ ਤੱਕ ਲੈ ਕੇ ਜਾਂਦਾ ਹੈ ਜੋ ਕਿ ਇੱਕ ਸਟੈਪ ਉੱਚ ਹੈ ਜੋ ਕਿ n ਹੈ। ਅਤੇ ਯਾਦ ਰੱਖੋ ਕਿ ਅਸੀਂ ਲੈਡਰ ਆਪਰੇਟਰ ਦੇ ਸੰਬੰਧ ਵਿੱਚ ਪੋਜੀਸ਼ਨ ਵੈਕਟਰ ਨੂੰ ਮੁੜ ਲਿਖਿਆ ਹੈ। ਅਸੀਂ ਲੈਡਰ ਆਪਰੇਟਰ ਦੇ ਸੰਬੰਧ ਵਿੱਚ ਮੋਮੈਂਟਮ ਆਪਰੇਟਰ ਲਿਖਿਆ ਹੈ। ਹੁਣ ਤੁਸੀਂ ਪਹਿਲੀਆਂ ਸਲਾਈਡ ਪ੍ਰਾਪਰਟੀਜ਼ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਦੋ ਸਟੇਟਸ ਦੇ ਵਿੱਚ ਇੰਟੀਜਰ m ਅਤੇ ਇੰਟੀਜਰ n ਦੇ ਵਿੱਚ ਮੈਟ੍ਰਿਕਸ ਐਲੀਮੈਂਟ ਸੰਬੰਧੀ ਕੰਮ ਕਰਨ ਦੀ ਕੋਸ਼ਿਸ਼ ਕਰੋ। ਭਾਵੇਂ ਇਹ 0 ਹੋਵੇਗਾ ਜਾਂ ਨਾਨ-ਜ਼ੀਰੋ ਅਸੀਂ ਇਸ ਸੰਬੰਧੀ ਕੰਮ ਕਰਾਂਗੇ। ਇਹ ਇਹਨਾਂ ਲੈਡਰ ਆਪਰੇਟਰਾਂ ਦੀ ਪਾਵਰ ਹੈ ਜਿਸ ਨਾਲ ਤੁਸੀਂ ਇਹ ਬਹੁਤ ਸਹੀ ਤਰ੍ਹਾਂ ਕਰਦੇ ਹੋ। ਤਾਂ ਆਓ ਇਹ ਕਰੀਏ। ਤਾਂ ਤੁਸੀਂ ਐਕਸ ਆਪਰੇਟਰ ਦੇ ਮੈਟ੍ਰਿਕਸ ਐਲੀਮੈਂਟ ਨੂੰ ਵਰਕ ਆਊਟ ਕਰਨਾ ਚਾਹੁੰਦੇ ਹੋ ਜੋ ਕਿ m ਅਤੇ n ਦੇ ਵਿੱਚ ਹੈ। ਠੀਕ ਹੈ, ਫੈਕਟਰ ਤੋਂ ਇਲਾਵਾ ਐਕਸ ਕੀ ਹੈ? ਅਸੀਂ ਫੈਕਟਰ ਨੂੰ ਬਾਅਦ ਵਿੱਚ ਵਰਤਾਂਗੇ। ਇਹ ਪਲਸ ਏ ਡੈਗਰ ਦੇ ਅਨੁਪਾਤਕ ਹੈ। ਠੀਕ ਹੈ, ਤਾਂ ਇਹ ਕੁਝ ਨਹੀਂ ਬਲਕਿ m ਏ ਡੈਗਰ ਏ n ਪਲਸ m ਇਹ ਡੈਗਰ ਹੈ। ਇਹ ਕੀ ਹੈ? ਇਹ ਆਨ n ਰੂਟ n ਟਾਈਮਜ਼ n ਮਾਈਨਸ 1 ਤੁਹਾਡੇ ਕੋਲ mn ਮਾਈਨਸ 1 ਅਤੇ ਇਹ ਡੈਗਰ ਆਨ n ਰੂਟ n ਪਲਸ 1 ਕੈਮ n ਪਲਸ 1 ਹੈ। ਇਹ ਉਹ ਹਨ ਜੋ ਹੋਣੇ ਚਾਹੀਦੇ ਹਨ ਔਰਥੋਨੋਰਮਲ। ਤਾਂ ਇਹ ਰੂਟ n ਡੈਲਟਾ ਕਰੋਨੇਕਰ ਡੈਲਟਾ ਪਲਸ
रूट n प्लस 1 क्रोनेकर ਹੋਵੇਗਾ ਠੀਕ ਹੈ। ਤਾਂ ਫੈਕਟਰ ਤੋਂ ਇਲਾਵਾ ਤੁਹਾਡੇ ਕੋਲ ਇਹ ਹੋਵੇਗਾ ਜੇਕਰ ਤੁਸੀਂ ਫੈਕਟਰ ਲਿਖਣਾ ਚਾਹੁੰਦੇ ਹੋ ਤਾਂ ਫੈਕਟਰ ਦੀ ਰੂਟ ਹੋਏਗੀ h ਕ੍ਰਾਸ ਬਾਈ m ਓਮੇਗਾ ਟਾਈਮਜ਼ 1/2 ਹੈ। ਉਸ ਤੋਂ ਇਲਾਵਾ ਤੁਹਾਡੇ ਕੋਲ x ਆਪਰੇਟਰ ਦੀ ਮੈਟ੍ਰਿਕਸ ਐਲੀਮੈਂਟ ਹੋਵੇਗੀ। ਇਸ ਤਰ੍ਹਾਂ ਤੁਸੀਂ p ਆਪਰੇਟ ਦੇ ਲਈ ਕੰਮ ਕਰ ਸਕਦੇ ਹੋ। ਮੋਡੀਫਿਕੇਸ਼ਨ ਕੀ ਹੋਵੇਗੀ? ਮੰਨ ਲਵੋ ਇਹ -a ਡੈਗਰ ਹੋਵੇਗਾ ਅਤੇ ਫਿਰ ਫੈਕਟਰ ਦੇ ਵਿੱਚ 1/2i ਹੋਵੇਗਾ। ਠੀਕ ਹੈ। ਤਾਂ ਇਹ ਮੈਟ੍ਰਿਕਸ ਐਲੀਮੈਂਟ ਹੋਵੇਗਾ ਜਿਸ ਨੂੰ ਸਹੀ ਤਰ੍ਹਾਂ ਲਿਖਿਆ ਗਿਆ ਹੈ ਜਦੋਂ ਤੁਸੀਂ ਲੈਡਰ ਦੇ ਰੂਪ ਵਿੱਚ x ਆਪਰੇਟਰ ਲਿਖਦੇ ਹੋ ਤਾਂ x ਦੀ ਐਕਸਪੈਕਟੇਸ਼ਨ ਵੈਲਿਊ ਕੀ ਹੋਵੇਗੀ? ਮੰਨ ਲਵੋ n m ਦੇ ਬਰਾਬਰ ਹੈ। ਇਹ 0 ਹੈ। ਠੀਕ ਹੈ। ਜੇਕਰ ਮੰਨ ਲਵੋ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਐਕਸਪੈਕਟੇਸ਼ਨ ਵੈਲਿਊ ਹੈ, ਤੁਸੀਂ ਬਿਨਾਂ ਦੇਖੇ ਇਹ ਕਹਿ ਸਕਦੇ ਹੋ ਕਿ x ਆਪਰੇਟਰ ਦੀ ਐਕਸਪੈਕਟੇਸ਼ਨ ਵੈਲਿਊ 0 ਹੈ ਕਿਉਂਕਿ ਇਹ n ਤੋਂ n -1 ਤੱਕ ਜਾਏਗਾ। ਇੱਕ ਡੈਗਰ n ਨੂੰ n + 1 ਤੱਕ ਲੈ ਕੇ ਜਾਏਗਾ। ਇਨਰ ਪ੍ਰੋਡਕਟ ਹਮੇਸ਼ਾ 0 ਹੋਵੇਗਾ। ਤਾਂ ਇੱਥੇ ਅਸੀਂ ਐਕਸਪੈਕਟੇਸ਼ਨ ਵੈਲਿਊ ਪਤਾ ਕਰਨ ਦੇ ਲਈ ਐਕਸਪਲਿਸਿਟ ਕੈਲਕੂਲੇਸ਼ਨ ਨਹੀਂ ਕੀਤੀ ਹੈ ਜੋ ਅਸੀਂ ਵੇਵ ਫੰਕਸ਼ਨ ਫਾਰਮਲਿਜ਼ਮ ਦੇ ਵਿੱਚ ਕੀਤੀ ਸੀ। ਉਹ ਕਰੇ ਬਿਨਾਂ ਅਸੀਂ ਕਹਿ ਸਕਦੇ ਸੀ ਕਿ ਐਕਸਪੈਕਟੇਸ਼ਨ ਵੈਲਿਊ 0 ਹੈ। ਠੀਕ ਹੈ। ਤਾਂ ਇਹ ਮਹੱਤਵਪੂਰਨ ਦਿਲਚਸਪ ਤੱਥ ਹੈ। ਠੀਕ ਹੈ। ਜੇਕਰ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਪੁੱਛਿਆ ਸੀ ਹਾਰਮੋਨਿਕ ਓਸੀਲੇਟਰ ਦੇ ਵਿੱਚ v ਆਫ x v ਆਫ -x ਹੈ। ਤਾਂ ਜੇਕਰ ਤੁਸੀਂ x ਦੀ ਐਕਸਪੈਕਟੇਸ਼ਨ ਵੈਲਿਊ ਪਤਾ ਕਰਨੀ ਹੈ ਤਾਂ ਇਸ ਨੂੰ ਪ੍ਰਾਪਰਟੀ x ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ। ਐਕਸਪੈਕਟੇਸ਼ਨ -x ਦੇ ਸਮਾਨ ਹੈ। ਠੀਕ ਹੈ। ਅਤੇ ਇਸ ਦਾ ਮਤਲਬ ਹੈ ਕਿ ਐਕਸਪੈਕਟੇਸ਼ਨ ਵੈਲਿਊ 0 ਹੈ। ਠੀਕ ਹੈ। ਹੁਣ ਅਸੀਂ ਓਸੀਲੇਟਰ ਨੰਬਰ ਆਈਗਨ ਸਟੇਟਸ ਦੁਆਰਾ ਕਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਐਕਸਪਲਿਸਿਟਲੀ ਇਹ ਹੋ ਰਿਹਾ ਹੈ ਅਤੇ ਤੁਸੀਂ ਸਾਈ n ਆਫ x ਨੂੰ an ਵਜੋਂ ਲਿਖੋ ਅਤੇ ਤੁਸੀਂ x ਦੀ ਐਕਸਪੈਕਟੇਸ਼ਨ ਵੈਲਿਊ ਨੂੰ ਪਤਾ ਕਰ ਸਕਦੇ ਹੋ। ਠੀਕ ਹੈ। ਤੁਸੀਂ ਸਾਈ n ਸਟਾਰ ਦੇ ਤੌਰ ਤੇ ਇਸ ਨੂੰ ਮੁੜ ਲਿਖ ਸਕਦੇ ਹੋ ਅਤੇ ਇਸ ਨੂੰ n(x) ਆਪਰੇਟਰ x n d x ਵਜੋਂ ਮੁੜ ਲਿਖ ਸਕਦੇ ਹੋ ਜਿਸ ਨਾਲ ਤੁਹਾਨੂੰ ਆਈਗਨ ਵੈਲਿਊ ਮਿਲਦੀ ਹੈ ਅਤੇ ਫਿਰ ਤੁਸੀਂ ਹਟਾ ਵੀ ਸਕਦੇ ਹੋ। ਠੀਕ ਹੈ। ਤੁਸੀਂ ਇਹ ਕਰ ਸਕਦੇ ਹੋ। ਠੀਕ ਹੈ। ਅਤੇ ਇਸ ਨੂੰ n(x) ਆਪਰੇਟਰ x n dx ਵਜੋਂ ਰੱਖ ਸਕਦੇ ਹੋ ਅਤੇ ਫਿਰ ਇਹ ਐਕਸਪਲਿਸਿਟਲੀ ਬਣ ਜਾਂਦਾ ਹੈ ਜੋ ਕਿ ਕੁਝ ਨਹੀਂ ਬਲਕਿ 0 ਹੈ। ਮੈਂ ਇਸ ਆਈਡੈਂਟਿਟੀ ਦਾ ਇਸਤੇਮਾਲ ਕੀਤਾ ਹੈ। ਆਈਡੈਂਟਿਟੀ ਇਸ ਨੂੰ ਪੂਰੀ ਕਰਦੀ ਹੈ। ਠੀਕ ਹੈ। ਤਾਂ ਤੁਸੀਂ ਇੱਕ ਆਪਰੇਟਰ ਫੈਸ਼ਨ ਦੇ ਵਿੱਚ ਚੀਜ਼ਾਂ ਨੂੰ ਲਿਖ ਕੇ ਵੱਖ-ਵੱਖ ਚੀਜ਼ਾਂ ਕਰ ਸਕਦੇ ਹੋ। ਅਸਲ ਦੇ ਵਿੱਚ ਪੋਜੀਸ਼ਨ ਸਪੇਸ ਦੇ ਵਿੱਚ ਤੁਹਾਨੂੰ ਇਹ ਆਪਰੇਟਰ ਵਜੋਂ ਰੱਖਣ ਦੀ ਲੋੜ ਨਹੀਂ ਹੈ ਪਰ ਤੁਸੀਂ ਆਪਰੇਟਰ x ਨੂੰ ਲਿਖ ਸਕਦੇ ਹੋ ਅਤੇ ਯੂਨਿਟ ਆਪਰੇਟਰ ਨੂੰ ਹਟਾ ਕੇ ਅਤੇ ਸਾਨੂੰ ਮਿਲਦਾ ਹੈ। ਤਾਂ ਅਸੀਂ ਇਹ ਜਨਰਲ ਤੌਰ ਤੇ ਪੜ੍ਹਿਆ ਹੈ। ਕਿਸੇ ਵੀ ਆਪਰੇਟਰਾਂ ਦੇ ਲਈ ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਲੈਡਰ ਆਪਰੇਟਰ ਕਿੰਨੇ ਪਾਵਰਫੁਲ ਹਨ ਕਿ ਤੁਸੀਂ ਸਿੱਧਾ ਇਹਨਾਂ ਐਕਸਪੈਕਟੇਸ਼ਨਾਂ ਨੂੰ ਪ੍ਰਾਪਤ ਕਰ ਸਕਦੇ ਹੋ। ਅਗਲਾ ਕੀ ਹੈ? ਅਸੀਂ ਅਨਸਰਟੀਨਿਟੀ ਕਰ ਸਕਦੇ ਹਾਂ। x ਡੈਲਟਾ x ਦੇ ਵਿੱਚ ਅਨਸਰਟੀਨਿਟੀ ਕੀ ਹੈ? ਇਹ x ਸਕੁਏਅਰ ਮਾਈਨਸ ਦੀ ਐਕਸਪੈਕਟੇਸ਼ਨ ਵੈਲਿਊ ਹੈ। x ਅੰਡਰ ਸਕੁਏਅਰ ਰੂਟ ਦੀ ਐਕਸਪੈਕਟੇਸ਼ਨ ਵੈਲਿਊ ਹੈ। ਇਸ ਲਈ ਨੰਬਰ ਸਟੇਟ ਦੇ ਵਿੱਚ n(x) ਆਪਰੇਟਰ n 0 ਹੈ। n(x) ਆਪਰੇਟਰ ਸਕੁਏਅਰ ਆਨ n ਕੀ ਹੈ? ਇਸ ਨੂੰ x ਸਕੁਏਅਰ ਵਜੋਂ ਮੁੜ ਲਿਖੋ ਜੋ ਕਿ a ਪਲੱਸ a ਡੈਗਰ ਹੋਲ ਸਕੁਏਅਰ
ਦੇ ਅਨੁਪਾਤਕ ਹੈ। ਕਨਸਟੈਂਟ ਨਾ ਲਿਖੋ, ਇਸ ਨੂੰ ਅਸੀਂ ਬਾਅਦ ਦੇ ਵਿੱਚ ਵਰਤਾਂਗੇ। ਇਹ ਕੀ ਹੈ? ਏ ਸਕੁਅਰ ਪਲਸ ਏ ਡੈਗਰ ਸਕੁਅਰ ਪਲਸ ਏ ਡੈਗਰ ਪਲਸ ਏ ਡੈਗਰ ਏ, ਇਸ ਨੂੰ ਨਾ ਲਿਖੋ। ਪਲਸ 2 ਏ ਡੈਗਰ ਏ ਡੈਗਰ ਪਲਸ ਏ ਡੈਗਰ ਏ 1 ਸਕੁਅਰ ਦਾ ਮੈਟ੍ਰਿਕਸ ਐਲੀਮੈਂਟ ਕੀ ਹੈ? ਏ ਸਕੁਅਰ ਏ ਦਾ ਮੈਟ੍ਰਿਕਸ ਐਲੀਮੈਂਟ ਕੀ ਹੈ? ਇਹ ਇਸ ਨੂੰ ਘਟਾਵੇਗਾ। ਇਹ ਇੱਕ ਲੋਅਰਿੰਗ ਆਪਰੇਟਰ n ਹੈ। ਦੂਜਾ ਇਹ ਇਸ ਨੂੰ m-2 ਦੇ ਤੇ ਰਿਡਿਊਸ ਕਰੇਗਾ ਅਤੇ ਫਿਰ n ਅਤੇ n-2 ਦਾ ਮੈਟ੍ਰਿਕਸ ਐਲੀਮੈਂਟ ਹਮੇਸ਼ਾ 0 ਹੁੰਦਾ ਹੈ। ਇਹ 0 ਹੋਵੇਗਾ ਅਸਲ ਦੇ ਵਿੱਚ ਲੈਡਰ ਆਪਰੇਟਰ ਦੇ ਕਿਸੇ ਵੀ ਪਾਵਰ ਦਾ ਮੈਟ੍ਰਿਕਸ ਐਲੀਮੈਂਟ। ਮਾਫ ਕਰੋ, ਕੋਈ ਨੰਬਰ। ਮੈਂ ਇਸ ਨੂੰ ਹਮੇਸ਼ਾ 0 ਰੱਖਾਂਗਾ। ਤੁਸੀਂ ਸਹਿਮਤ ਹੋ? ਕਾਰਨ ਇਹ ਹੈ ਕਿ ਇਹ ਅਜਿਹੀ ਸਟੇਟ ਤੱਕ ਘਟੇਗਾ ਅਤੇ ਜਦੋਂ ਤੁਸੀਂ ਇਨਰ ਪ੍ਰੋਡਕਟ ਲੈਂਦੇ ਹੋ ਇਹ ਔਰਥੋਗੋਨਲ ਸਟੇਟਸ ਹਨ। ਇਹ 0 ਹੋਵੇਗਾ ਤਾਂ ਪਹਿਲੀ ਟਰਮ ਦੀ ਐਕਸਪੈਕਟੇਸ਼ਨ ਵੈਲਿਊ 0 ਹੈ। ਸੈਕੰਡ ਟਰਮ ਦੀ ਐਕਸਪੈਕਟੇਸ਼ਨ ਵੈਲਿਊ 0 ਹੈ। ਨਾਨ ਜ਼ੀਰੋ ਕੰਟਰੀਬਿਊਸ਼ਨ ਸਿਰਫ ਇਸ ਤੋਂ ਆਉਂਦਾ ਹੈ ਜੇਕਰ ਤੁਹਾਡੇ ਕੋਲ ਰੇਜ਼ਿੰਗ ਅਤੇ ਲੋਅਰਿੰਗ ਆਪਰੇਟਰਾਂ ਦੀ ਸਮਾਨ ਗਿਣਤੀ ਹੈ। ਪਹਿਲੀ ਚੀਜ਼ ਇਹ ਹੈ ਕਿ ਜੇਕਰ ਤੁਹਾਡੀ ਕੋਲ ਲੋਅਰਿੰਗ ਆਪਰੇਟਰ ਨੂੰ ਰੇਜ਼ ਕਰਨ ਦੇ ਬਰਾਬਰ ਨੰਬਰ ਹਨ ਤਾਂ ਤੁਸੀਂ ਇੱਕੋ ਪੁਆਇੰਟ ਤੇ ਵਾਪਸ ਆਉਂਦੇ ਹੋ। ਤੁਸੀਂ ਰੇਜ਼ ਕਰਦੇ ਹੋ n ਨੰਬਰ ਆਫ ਸਟੈਪ ਲੋਅਰ n ਨੰਬਰ ਆਫ ਸਟੈਪ ਸਮਾਨ ਪੁਆਇੰਟ ਤੇ ਵਾਪਸ ਆਓ। ਫਿਰ ਮੈਟ੍ਰਿਕਸ ਐਲੀਮੈਂਟ ਨਾਨ ਜ਼ੀਰੋ ਹੋਵੇਗਾ। ਇਹ ਪਤਾ ਕਰੋ x ਸਕੁਅਰ ਦੀ ਐਕਸਪੈਕਟੇਸ਼ਨ ਵੈਲਿਊ ਕੀ ਹੈ, ਜੋ ਕਿ ਕੁਝ ਨਹੀਂ ਬਲਕਿ ਇਹ ਡੈਗਰ ਏ ਦੀ ਐਕਸਪੈਕਟੇਸ਼ਨ ਵੈਲਿਊ ਹੈ, ਜੋ ਕਿ ਕਾਂਸਟੈਂਟ ਤੱਕ ਹੈ। ਏ ਡੈਗਰ ਆਨ n ਪਲਸ 1 n ਪਲਸ 1 ਏ ਹੋਵੇਗਾ n ਏ ਡੈਗਰ ਏ ਆਨ n ਏ ਹੋਵੇਗਾ। ਅਸੀਂ n ਏ ਡੈਗਰ ਦੀ ਸਕੁਅਰ ਰੂਟ ਲਵਾਂਗੇ ਜੋ ਕਿ ਪਹਿਲਾਂ ਤੋਂ ਹੀ ਘਟਾਇਆ ਗਿਆ ਹੈ, ਜੋ ਕਿ 1 ਹੈ। ਏ ਤੋਂ ਤੁਹਾਨੂੰ ਮਿਲੇਗਾ ਸਕੁਅਰ ਰੂਟ n ਦੇ ਨਾਲ ਏ ਡੈਗਰ ਆਨ n-1 ਕੇ ਪੀਸ ਹੋਰ ਸਕੁਅਰ ਰੂਟ n ਟਾਈਮਜ਼ ਏ ਹੈ। ਇਸ ਲਈ n x ਸਕੁਅਰ ਦੀ ਐਕਸਪੈਕਟੇਸ਼ਨ ਵੈਲਿਊ n ਉਹਨਾਂ ਫੈਕਟਰਾਂ ਤੱਕ ਅਨੁਪਾਤਕ ਹੈ। ਤੁਹਾਡੇ ਕੋਲ ਹੋਵੇਗਾ n ਪਲਸ 1 ਟਾਈਮਜ਼ ਏ ਫੈਕਟਰ ਕਿਹੜੇ ਹਨ? ਇਹ h ਕ੍ਰਾਸ ਬਾਈ m ਓਮੇਗਾ ਇਨਟੂ 1/4 ਦੇ ਨਾਲ ਸੰਬੰਧਿਤ ਹੈ। ਕਿ ਇਹ ਸਹੀ ਹੈ ਤਾਂ ਤੁਹਾਨੂੰ x ਦੀ ਐਕਸਪੈਕਟੇਸ਼ਨ ਵੈਲਿਊ ਮਿਲਦੀ ਹੈ। ਇਹ ਇਸ ਤੱਥ ਦੇ ਨਾਲ ਨਿਰੰਤਰ ਹੈ ਕਿ ਸਿਮੈਟ੍ਰਿਕ ਪੋਟੈਂਸ਼ੀਅਲ ਦੇ ਲਈ ਵੀ ਆਫ x ਵੀ ਆਫ -x ਦੇ ਬਰਾਬਰ ਹੈ। x ਸਕੁਅਰ ਦੀਆਂ ਪਾਵਰ ਇੱਥੋਂ ਤੱਕ ਕਿ x ਦੀ ਪਾਵਰ ਮੈਟ੍ਰਿਕਸ ਐਲੀਮੈਂਟ ਐਕਸਪੈਕਟੇਸ਼ਨ ਵੈਲਿਊ ਨਾਨ ਜ਼ੀਰੋ ਹੋਣੀ ਚਾਹੀਦੀ ਹੈ। x ਦੀ ਆਊਟ ਪਾਵਰ x ਦੀ ਐਕਸਪੈਕਟੇਸ਼ਨ ਵੈਲਿਊ 0 ਹੈ। ਤੁਸੀਂ x ਕਿਊਬ ਦੀ ਐਕਸਪੈਕਟੇਸ਼ਨ ਵੈਲਿਊ ਨੂੰ 0 ਦਿਖਾ ਸਕਦੇ ਹੋ ਕਿਉਂ ਜਦੋਂ ਤੁਸੀਂ ਲੈਡਰ ਆਪਰੇਟਰ ਦੇ ਨੰਬਰ ਦਾ ਕਿਊਬ ਲੈਂਦੇ ਹੋ ਜੋ ਕਿ ਰੇਜ਼ਿੰਗ ਹੈ। ਇਹ ਲੋਅਰਿੰਗ ਆਪਰੇਟਰ ਦੀ ਸਮਾਨ ਸੰਖਿਆ ਨਹੀਂ ਹੈ ਜਦੋਂ ਤੁਸੀਂ ਕਿਊਬ ਲੈਂਦੇ ਹੋ। ਇਸ ਲਈ ਕੇਵਲ ਈਵਨ ਪਾਵਰ ਕੁਝ ਟਰਮਜ਼ ਨੂੰ ਅਲਾਓ ਕਰਨਗੀਆਂ ਕਿ ਰੇਜ਼ਿੰਗ ਲੋਅਰਿੰਗ ਆਪਰੇਟਰ ਦੇ ਸਮਾਨ ਨੰਬਰ ਹੋਣ। ਮਾਫ ਕਰੋ, ਰੇਜ਼ਿੰਗ ਲੈਡਰ ਆਪਰੇਟਰ ਜਾਂ ਲੋਅਰਿੰਗ ਲੈਡਰ ਆਪਰੇਟਰ। ਇਸ ਲਈ ਉਹ ਮੈਟ੍ਰਿਕਸ ਐਲੀਮੈਂਟ ਨਾਨ ਜ਼ੀਰੋ ਹੋਣਗੇ। ਤਾਂ ਤੁਸੀਂ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਅਨਸਰਟੀਨਿਟੀ ਡੇਲਟਾ x ਕੀ ਹੈ। ਇਸ ਵਿੱਚ ਮਹੱਤਵਪੂਰਨ ਤੌਰ ਤੇ ਇਹ x ਦੀ ਹੋਰ ਟਰਮ ਰਾਈਟ ਐਕਸਪੈਕਟੇਸ਼ਨ ਵੈਲਿਊ 0 ਹੈ ਤਾਂ ਇਹ ਡੇਲਟਾ
P ਦੇ ਲਈ ਵੀ ਕੰਮ ਕਰੇਗਾ। ਇਹ ਤੁਹਾਡੇ ਲਈ ਸਹੀ ਨਹੀਂ ਹੋਵੇਗਾ, ਕਿਰਪਾ ਕਰਕੇ ਇਹ ਕਰੋ। ਅਤੇ ਤੁਸੀਂ ਇਹ ਦੇਖਣਾ ਹੈ ਕਿ ਡੈਲਟਾ x ਡੈਲਟਾ P 2 ਦੇ ਬਰਾਬਰ ਜਾਂ ਉਸ ਤੋਂ ਵੱਧ ਹੋਣਾ ਚਾਹੀਦਾ ਹੈ। ਤਾਂ ਕਿਰਪਾ ਕਰਕੇ ਇਹ ਡੈਲਟਾ P ਕਰੋ। ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਇਸ ਅਨਸਰਟੀਨਿਟੀ ਦੀ ਤਸਦੀਕ ਕਰਦੇ ਹੋ। ਕੇਵਲ ਇੱਕੋ ਚੀਜ਼ ਜੋ ਅਪਸੈਟਿੰਗ ਹੈ ਇਸ ਨੰਬਰ ਆਪਰੇਟਰ ਦੇ ਬਾਰੇ ਉਹ ਹੈ x ਆਪਰੇਟਰ ਦੀ ਐਕਸਪੈਕਟੇਸ਼ਨ ਵੈਲਿਊ 0 ਹੈ। ਇਸ ਤਰ੍ਹਾਂ ਤੁਸੀਂ ਦਿਖਾ ਸਕਦੇ ਹੋ ਕਿ P ਆਪਰੇਟਰ 0 ਹੈ, ਜਿਸ ਦਾ ਮਤਲਬ ਹੈ ਜੋ ਕਿ ਟਾਈਮ ਦੇ ਨਾਲ ਇਹਨਾਂ ਮੈਟ੍ਰਿਕਸ ਐਲੀਮੈਂਟ ਦੀ ਐਵੋਲਿਊਸ਼ਨ ਨਹੀਂ ਹੋਵੇਗੀ। ਠੀਕ ਹੈ, ਤੁਸੀਂ ਇਹ ਉਮੀਦ ਨਹੀਂ ਕਰਦੇ ਹੋ ਕਿਉਂਕਿ ਇਹ ਸਾਰੇ ਸਟੇਸ਼ਨਰੀ ਹਨ। ਜਦੋਂ ਵੀ ਤੁਸੀਂ ਟ੍ਰਾਂਜੀਸ਼ਨ ਅਤੇ ਓਸੀਲੇਸ਼ਨ ਨੂੰ ਦੇਖਦੇ ਹੋ, ਤੁਸੀਂ ਇਹਨਾਂ ਸਟੇਸ਼ਨਰੀ ਸਟੇਟ ਦੇ ਵਿੱਚ ਰਹਿ ਕੇ ਅਜਿਹਾ ਨਹੀਂ ਕਰ ਸਕਦੇ ਹੋ। ਓਸੀਲੇਸ਼ਨ ਦੇਖਣਾ ਚਾਹੁੰਦੇ ਹੋ, ਆਪਣੀ ਕਲਾਸੀਕਲ ਓਸੀਲੇਸ਼ਨ ਦੇਖਣਾ ਚਾਹੁੰਦੇ ਹੋ, ਤੁਹਾਨੂੰ ਇੱਕ ਸੁਪਰਪੋਜ਼ਡ ਸਟੇਟ ਦੇ ਵਿੱਚ ਹੋਣਾ ਚਾਹੀਦਾ ਹੈ। ਮੈਂ ਇੱਕ ਪੁਆਇੰਟ ਤੱਕ ਇਸ ਨੂੰ ਸਹੀ ਕਿਹਾ ਹੈ। ਤੁਹਾਨੂੰ ਨੰਬਰ ਆਫ ਸਟੇਟਸ ਜਾਂ 2 ਸਟੇਟਸ ਦੇ ਤਹਿਤ ਇੱਕ ਸੁਪਰਪੋਜ਼ਡ ਸਟੇਟ ਦੇ ਵਿੱਚ ਹੋਣਾ ਚਾਹੀਦਾ ਹੈ। ਫਿਰ ਤੁਸੀਂ ਟਾਈਮ ਦੇ ਫੰਕਸ਼ਨ ਦੇ ਰੂਪ ਵਿੱਚ ਐਕਸਪੈਕਟੇਸ਼ਨ ਵੈਲਿਊ ਨੂੰ ਦੇਖਣਾ ਸ਼ੁਰੂ ਕਰਦੇ ਹੋ, ਜੋ ਕਿ ਕਾਸ ਓਮੇਗਾ ਟੀ ਟਾਈਮਜ਼ ਕੁਝ ਪਲਸ ਸਾਈਨ ਓਮੇਗਾ ਟੀ ਟਾਈਮਜ਼ ਕੁਝ ਹੈ। ਜੇਕਰ ਸਟੇਟ ਸਾਈ ਇੱਕ ਸੁਪਰਪੋਜ਼ਿਸ਼ਨ ਹੈ, ਜੇਕਰ ਸੀ ਕੇਵਲ ਇੱਕ ਖਾਸ ਆਈਗਨ ਸਟੇਟ ਸੀ, ਤਾਂ x ਆਫ t ਵੀ 0 ਹੁੰਦਾ ਹੈ। ਕੀ ਤੁਸੀਂ ਕਲਾਸੀਕਲ ਫਿਜ਼ਿਕਸ ਹਾਰਮੋਨਿਕ ਓਸੀਲੇਟਰ ਨੂੰ ਨਜ਼ਦੀਕੀ ਨਾਲ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਪੋਜੀਸ਼ਨ ਜਾਂ ਮੋਮੈਂਟਮ ਦੇ ਲਈ ਪੋਜੀਸ਼ਨ ਸੋਲਿਊਸ਼ਨ ਲਿਖਦੇ ਹੋ, ਜੋ ਕਿ ਟਾਈਮ ਦੇ ਵਿੱਚ ਇਵੋਲਵ ਕਰ ਰਿਹਾ ਹੈ। ਇਸ ਦੀ ਓਸੀਲੇਸ਼ਨ ਕਾਸ ਓਮੇਗਾ ਟੀ ਹੋਣੀ ਚਾਹੀਦੀ ਹੈ ਅਤੇ ਸਾਈਨ ਓਮੇਗਾ ਟੀ ਤੁਸੀਂ ਸਟੇਸ਼ਨਰੀ ਸਟੇਟਸ ਦੇ ਨਾਲ ਪ੍ਰਾਪਤ ਨਹੀਂ ਕਰ ਸਕਦੇ। ਠੀਕ ਹੈ, ਤਾਂ ਮੈਂ ਇੱਥੇ ਸੰਖੇਪ ਦੱਸਦੀ ਹਾਂ ਕਿ ਜੇਕਰ ਤੁਸੀਂ ਇਹ ਮੈਟ੍ਰਿਕਸ ਐਲੀਮੈਂਟ ਨੂੰ ਨਿਰਧਾਰਿਤ ਕਰਨਾ ਚਾਹੁੰਦੇ ਹੋ, ਜੋ ਕਿ ਤੁਸੀਂ ਪਹਿਲਾਂ ਕਰ ਚੁੱਕੇ ਹੋ, ਅਸੀਂ ਪਹਿਲੀ ਇਕੁਏਸ਼ਨ ਪਤਾ ਕੀਤੀ ਹੈ, ਇਹ ਮੋਡਿਊਲ ਤੇ ਹੋਵੇਗੀ, ਇਸ ਲਈ ਤੁਸੀਂ ਦੂਜੀ ਇਕੁਏਸ਼ਨ ਨੂੰ ਪ੍ਰਮਾਣਿਤ ਕਰ ਸਕਦੇ ਹੋ। ਇਹ ਦੇਖੋ ਕਿ ਮੈਂ ਇੱਥੇ ਕੀ ਲਿਖਿਆ ਹੈ। ਆਪਰੇਟਰ ਇਹ ਜਦੋਂ ਇਹ 0 ਤੇ ਐਕਟ ਕਰਦਾ ਹੈ, ਇਹ 0 ਹੋਵੇਗਾ। ਕਈ ਵਾਰ ਇਹ ਥੋੜਾ ਮਿਸਲੀਡਿੰਗ ਹੋ ਸਕਦਾ ਹੈ। ਕਿਉਂ? ਇਹ ਇੱਕ 0 ਵਾਂਗ ਦਿਖਾਈ ਦਿੰਦਾ ਹੈ। ਇਹ ਇੱਕ ਨਲ ਵੇਕਟਰ ਹੈ ਕਿ ਇਹ ਨਲ ਵੇਕਟਰ ਹੈ? ਇਹ ਨਹੀਂ ਹੈ। ਕਿਉਂ? ਨੰਬਰ ਹੈਮਿਲਟੋਨੀਅਨ ਜਦੋਂ ਤੁਸੀਂ ਇਸ ਨੂੰ ਨਾਨ-ਜ਼ੀਰੋ ਨੂੰ ਆਪਰੇਟ ਕਰਦੇ ਹੋ, ਇਹ ਤੁਹਾਨੂੰ ਨਾਨ-ਜ਼ੀਰੋ ਐਨਰਜੀ ਦਿੰਦਾ ਹੈ। ਸਟੇਟ ਦਾ ਸਟੇਟ ਨਾਰਮ 1 ਹੈ। ਠੀਕ ਹੈ, ਭਾਵੇਂ ਮੈਂ ਇਸ ਨੂੰ 0 ਵਜੋਂ ਲਿਖਦੀ ਹਾਂ ਅਤੇ ਇਹ 0 ਤੇ ਇਹ ਆਪਰੇਟਰ 0 ਹੈ। ਇਹ ਨਲ ਵੈਕਟਰ ਨਹੀਂ ਹੈ। ਇਹ ਕਨਫਿਊਜ਼ ਨਾ ਕਰੋ ਕਿ ਨਲ ਵੇਕਟਰ 1 ਹੈ, ਜਿੱਥੇ ਇੱਕ ਨਲ ਵੈਕਟਰ ਤੇ ਆਪਰੇਟ ਹੋ ਰਿਹਾ ਕੋਈ ਵੀ ਆਪਰੇਟਰ 0 ਹੋਵੇਗਾ ਅਤੇ ਉਸ ਵੈਕਟਰ ਦਾ ਨੋਰਮ 0 ਹੋਵੇਗਾ। ਇਸ ਦਾ ਨੋਰਮ 0 ਹੋਵੇਗਾ, ਜੋ ਕਿ 1 ਹੈ। ਠੀਕ ਹੈ, ਇਸ ਲਈ ਕਿਰਪਾ ਕਰਕੇ ਯਾਦ ਰੱਖੋ ਕਿ ਕਿਉਂਕਿ ਮੈਂ ਇੱਥੇ 0 ਲਿਖਿਆ ਹੈ, ਇਸ ਲਈ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਇੱਕ ਨਲ ਵੈਕਟਰ ਹੈ। ਤਾਂ ਤੁਸੀਂ ਇਸ ਨੂੰ ਵੈਕਿਊਮ ਸਟੇਟ ਦੇ ਰੂਪ ਵਿੱਚ 0 ਕਹਿ ਸਕਦੇ। 0 ਦੇ ਵਿੱਚ ਪ੍ਰਾਪਰਟੀ ਹੁੰਦੀ ਹੈ 0 1 ਹੈ। ਇਹ ਲੋਏਸਟ ਐਨਰਜੀ ਸਟੇਟ ਐਨਰਜੀ ਆਈਗਨ ਸਟੇਟ ਹੈ, ਜਿਸ ਨੂੰ ਗਰਾਊਂਡ ਸਟੇਟ ਜਾਂ ਵੈਕਿਊਮ ਸਟੇਟ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਇਹ ਕੰਡੀਸ਼ਨ ਤੁਹਾਨੂੰ ਸਪਸ਼ਟ ਤੌਰ ਤੇ ਦੱਸਦੀ ਹੈ ਕਿ ਇਹ ਗਰਾਊਂਡ ਸਟੇਟ ਤੇ ਨਲ ਸਟੇਟ ਲੋਅਰਿੰਗ ਆਪਰੇਟਰ ਨਹੀਂ ਹੈ, ਜੋ ਕਿ ਰੂਟ n ਟਾਈਮਜ਼ ਲੋਅਰ ਸਟੇਟ ਹੈ। ਉਹ ਰੂਟ n ਅਜਿਹੀ ਹੋ ਜਾਂਦੀ ਹੈ, ਇਸ ਲਈ 0 ਸਟੇਟ ਤੋਂ ਥੱਲੇ ਨਹੀਂ ਕਰ ਸਕਦੇ, ਜਿਸ ਦਾ ਮਤਲਬ ਹੈ ਕਿ ਲੋਅਰ ਬਾਉਂਡ ਹੈ ਜੋ ਕਿ 0 ਹੈ। ਇਸ ਤੋਂ ਥੱਲੇ ਨਹੀਂ ਜਾ ਸਕਦੇ ਹਾਂ। ਤੁਸੀਂ ਲੈਡਰ ਆਪਰੇਸ਼ਨ ਦੇ ਉੱਤੇ ਜਾ
ਸਕਦੇ ਹੋ। ਠੀਕ ਹੈ, ਤਸਵੀਰ ਸਾਫ਼ ਹੈ, ਤੁਹਾਡੇ ਕੋਲ ਪੈਰਲਲ ਪ੍ਰੋਸੈਸਿੰਗ ਹੋ ਰਹੀ ਹੈ ਜਾਂ ਇਹ ਸਪਸ਼ਟ ਹੈ? ਠੀਕ ਹੈ, ਸਾਨੂੰ ਇਹ ਪਤਾ ਲੱਗਾ ਕਿ x ਨੌਟ ਦੇ ਨਾਲ ਇਸ ਸਟੇਟ ਤੇ ਇਨਰ ਪ੍ਰੋਡਕਟ ਲੈ ਕੇ ਅਤੇ ਹੁਣ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਲਿਖ ਸਕਦੇ ਹਾਂ। ਤਾਂ ਮੋਮੈਂਟਮ ਦੇ ਲਈ ਪੋਜੀਸ਼ਨ ਪ੍ਰਸਤੁਤੀ ਦੇ ਵਿੱਚ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਡੇਲ ਬਾਈ ਡੇਲ x ਨੌਟ h ਕ੍ਰਾਸ। ਇਸ ਲਈ ਤੁਹਾਡੇ ਕੋਲ ਇਹ ਹੈ y ਦੱਦਾ ਟਾਈਮਜ਼ ਵਟ i ਅਤੇ ਇਨਰ ਸਾਈ ਨਾਲ ਤੁਹਾਨੂੰ ਮਿਲੇਗਾ। ਕੀ ਕੋਈ ਟਾਈਪੋ ਹੈ? ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਹੈ ਇਹ ਕੀ ਹੈ। x 0 ਦੇ ਨਾਲ ਨਹੀਂ ਹੈ। ਇਹ ਇੱਕ ਅਜਿਹੀ ਪੋਜੀਸ਼ਨ ਤੇ ਗਰਾਊਂਡ ਸਟੇਟ ਵੇਵ ਫੰਕਸ਼ਨ ਹੈ ਜੋ ਕਿ x ਨੌਟ ਹੈ। ਇਹ ਗਰਾਊਂਡ ਸਟੇਟ ਵੇਵ ਫੰਕਸ਼ਨ ਹੈ ਜੋ ਕਿ ਹੱਲ ਕਰਨਾ ਆਸਾਨ ਨਹੀਂ ਹੈ। ਇਹ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਅਤੇ ਫਿਰ ਤੁਸੀਂ ਯਕੀਨੀ ਬਣਾਉਂਦੇ ਹੋ ਕਿ ਤੁਸੀਂ ਇਸ ਨੂੰ ਨੋਰਮਲਾਈਜ਼ ਕਰਦੇ ਹੋ। ਨੋਰਮਲਾਈਜ਼ ਵੇਵ ਫੰਕਸ਼ਨ ਪ੍ਰਾਪਤ ਕਰੋ। ਦੇਖੋ ਇਹ ਕਿੰਨਾ ਸਰਲ ਹੈ। ਬਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇੱਥੇ ਮੈਂ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਦੇਖ ਰਹੀ ਜਾਂ ਮੈਂ ਸਿਰਫ ਇਹਨਾਂ ਲੈਡਰ ਆਪਰੇਟਰ ਅਤੇ ਡੈਗਰ ਦੀ ਪਾਵਰ ਦਾ ਇਸਤੇਮਾਲ ਕਰ ਰਹੀ ਹਾਂ। ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਜੋ ਕਿ ਗਰਾਊਂਡ ਸਟੇਟ ਸੋਲਿਊਸ਼ਨ ਹੈ, ਕੋਈ ਖਾਸ ਫੰਕਸ਼ਨ ਜਾਂ ਆਦਿ ਨੂੰ ਇਨਵੋਕ ਨਹੀਂ ਕਰ ਰਿਹਾ ਹੈ। ਤੁਸੀਂ ਪਹਿਲੀ ਐਕਸਾਈਟਿਡ ਨੂੰ ਕਿਵੇਂ ਪੁਆਇੰਟ ਕਰਦੇ ਹੋ? ਪਹਿਲੀ ਐਕਸਾਈਟਿਡ ਸਟੇਟ ਕੇਟ ਇੱਕ ਲਵੋ, ਉਸ ਦੀ x ਨੌਟ ਤੇ ਪੋਜੀਸ਼ਨ ਪਤਾ ਕਰੋ। ਇਸ ਨਾਲ ਤੁਹਾਨੂੰ ਪਹਿਲੀ ਐਕਸਾਈਟਿਡ ਸਟੇਟ ਦਾ ਪੋਜੀਸ਼ਨ ਸਪੈਸ਼ ਵੇਵ ਫੰਕਸ਼ਨ ਮਿਲੇਗਾ। ਇਸ ਪੁਆਇੰਟ ਤੇ ਮੈਂ ਲਿਖ ਸਕਦੀ ਹਾਂ 1 ਜਾਂ 0 ਦੇ ਨਾਲ ਡੈਗਰ ਦੇ ਰੂਪ ਵਿੱਚ ਨਹੀਂ। ਜੇਕਰ ਮੈਂ 0 ਤੇ ਆਪਰੇਟ ਕਰਦੀ ਹਾਂ ਇਹ ਰੂਟ 1 ਟਾਈਮਜ਼ 1 ਕੇ ਉਚਿਤ ਤੌਰ ਤੇ 1 ਹੋਵੇਗਾ ਅਤੇ ਫਿਰ ਇੱਕ ਡੈਗਰ ਕੀ ਹੈ? ਇਸ ਨੂੰ ਅਸੀਂ x - ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਉਸ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਤਾਂ ਦੁਬਾਰਾ ਤੁਹਾਨੂੰ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਮਿਲਦੀ ਹੈ। ਤੁਸੀਂ ਜਾਣਦੇ ਹੋ ਸਾਈ ਨਹੀਂ ਹੈ, ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ ਅਤੇ ਇਸ ਸਾਈ ਨੂੰ ਲਿਖ ਸਕਦੇ ਹੋ। ਤਾਂ ਇਹ ਸਪੈਸ਼ਲ ਫੰਕਸ਼ਨ ਦੇ ਰੂਪ ਵਿੱਚ ਬੋਇਲ ਡਾਊਨ ਕਰਦਾ ਹੈ, ਪਰ ਤੁਸੀਂ ਸਿਸਟਮੈਟਿਕਲੀ ਹੱਲ ਕਰ ਸਕਦੇ ਹੋ। ਤੁਸੀਂ ਕੇਟ 1 ਪਤਾ ਕਰਨਾ ਚਾਹੁੰਦੇ ਹੋ? ਤੁਸੀਂ ਇਹ ਕਰਨਾ ਹੈ ਕਿ ਡੈਗਰ ਪਾਵਰ ਆਫ n ਦੇ ਤਿਤ ਪਰ ਇੱਕ ਫੈਕਟਰ ਹੋਵੇਗਾ। ਤੁਸੀਂ ਇਸ ਨੂੰ ਰੂਟ n ਫੈਕਟੋਰੀਅਲ ਦੇ ਨਾਲ ਵਿਭਾਜਿਤ ਕਰਨਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਕੇਟ 1 ਲਿਖਣਾ ਚਾਹੁੰਦੇ ਹੋ, ਇਹ 0 ਡਿਵਾਈਡ ਬਾਈ ਸਕੁਏਅਰ ਰੂਟ 1 ਤੇ ਡੈਗਰ ਹੈ, ਤਾਂ ਮੈਂ ਲਿਖਣਾ ਚਾਹੁੰਦਾ ਹਾਂ ਕਿ ਇਹ ਡੈਗਰ ਹੈ। ਇਸ ਨੂੰ 1 ਤੇ ਸਕੁਏਅਰ ਰੂਟ 2 ਦੇ ਨਾਲ ਵਿਭਾਜਿਤ ਕਰੋ, ਜੋ ਕਿ 1 ਡੈਗਰ ਭਾਗ ਸਕੁਏਅਰ ਰੂਟ 2 ਹੈ। 1 ਡੈਗਰ ਨੂੰ ਸਕੁਏਅਰ ਰੂਟ 1 ਆਨ 0 ਨਾਲ ਭਾਗ ਕਰੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਤੁਸੀਂ n ਤੇ ਡੈਗਰ ਕਰਨਾ ਹੈ, ਇਹ ਸਕੁਏਅਰ ਰੂਟ n ਪਲਸ 1 ਟਾਈਮਜ਼ n ਪਲਸ 1 ਹੈ। ਇਸ ਨਾਲ ਥੱਲੇ ਵਾਲਾ ਫੈਕਟਰ ਆਉਂਦਾ ਹੈ ਅਤੇ ਅਸੀਂ ਚੀਜ਼ਾਂ ਲਿਖਦੇ ਹਾਂ। ਤਾਂ ਇਸ ਤੋਂ ਸਾਨੂੰ ਕੀ ਪਤਾ ਚੱਲਦਾ ਹੈ? ਤੁਸੀਂ ਕੋਈ ਵੀ ਕੇਟ ਲਿਖ ਸਕਦੇ ਹੋ, ਕੋਈ ਵੀ ਕੇਟ n ਦੇ ਪਾਵਰ ਦੇ ਡੈਗਰ ਦੇ ਰੂਪ ਵਿੱਚ ਇਸ ਨੂੰ n ਫੈਕਟੋਰੀਅਲ ਦੇ ਨਾਲ ਡਿਵਾਈਡ ਕਰੋ। n ਫੈਕਟੋਰੀਅਲ ਜਾਂ n-1 ਫੈਕਟੋਰੀਅਲ n ਫੈਕਟੋਰੀਅਲ ਆਨ। ਇਸ ਲਈ ਜੇਕਰ ਤੁਸੀਂ ਸਾਈ n ਆਫ x ਲਿਖਣਾ ਚਾਹੁੰਦੇ ਹੋ, ਇੱਕ ਖਾਸ ਪੁਆਇੰਟ x ਨੌਟ ਤੇ ਹੈ i ਜਾਂ ਤੇ i, ਇਸ ਨੂੰ ਅਸੀਂ x ਨੌਟ a ਡੈਗਰ 2 ਦੱਦਾ ਪਾਵਰ ਆਫ n ਆਨ 0 ਦੇ ਰੂਪ ਵਿੱਚ ਲਿਖ ਸਕਦੇ ਹਾਂ। ਹੁਣ ਅਸੀਂ ਕੇਵਲ ਇੱਕ ਪੋਜੀਸ਼ਨ ਅਤੇ ਮੋਮੈਂਟਮ ਨੂੰ ਸ਼ਾਮਲ ਕਰਾਂਗੇ, ਇਸ ਲਈ ਉਸ ਸੰਬੰਧੀ ਡੈਗਰ ਨੂੰ ਸ਼ਾਮਿਲ ਕਰਨਾ ਲਿਖੋ ਜਦੋਂ ਤੁਸੀਂ ਲੈਡਰ ਸੀਰੀਜ਼ ਕਰਦੇ ਹੋ, ਪਰ ਗਰਾਊਂਡ ਸਟੇਟ ਤੇ ਆਪਰੇਟਰ ਕਰ ਸਕਦੇ ਹੋ। ਠੀਕ ਹੈ, ਤੁਸੀਂ ਇਸ ਨੂੰ a ਦੇ ਰੂਪ ਵਿੱਚ ਲਿਖ ਸਕਦੇ ਹੋ। ਇਹ x - ip ਦਾ ਫੰਕਸ਼ਨ ਹੈ। ਤੁਸੀਂ ਇਸ ਨੂੰ x - i ਟਾਈਮਜ਼ -i h ਕ੍ਰਾਸ ਡੇਲ ਬਾਈ ਡੇਲ x ਮੌਤ ਦੇ ਫੰਕਸ਼ਨ ਦੇ ਰੂਪ ਵਿੱਚ ਲਿਖ ਸਕਦੇ ਹੋ, ਕੋਈ ਫੰਕਸ਼ਨ ਫੋਰਮ, ਜਾਂ ਤੁਸੀਂ ਇਸ ਨੂੰ x ਨੌਟ n ਦੀ ਪਾਵਰ ਤੱਕ ਲਿਖ ਸਕਦੇ ਹੋ। ਸਾਈ ਆਫ x 0 ਤੇ ਰੂਟ n ਫੈਕਟੋਰੀਅਲ ਦੇ ਨਾਲ ਡਿਵਾਈਡ ਕਰ ਸਕਦੇ ਹੋ। ਇਹ ਮੁਸ਼ਕਿਲ ਹੈ, ਕੰਮ ਕਰ ਸਕਦਾ ਹੈ ਅਤੇ ਸਾਰੀਆਂ ਐਕਸਾਈਟਿਡ ਸਟੇਟਸ ਨੂੰ ਪਤਾ ਕਰੋ। ਸਾਰੀਆਂ ਐਕਸਾਈਟਿਡ ਸਟੇਟਸ ਨੂੰ ਡੈਗਰ ਆਪਰੇਸ਼ਨ ਦੁਆਰਾ ਗਰਾਊਂਡ ਸਟੇਟ ਪਤਾ ਕੀਤਾ ਜਾ ਸਕਦਾ ਹੈ।
ਇੱਕ ਡੈਗਰ ਦੇ ਵਿੱਚ ਕੇਵਲ ਇਹ ਡਿਫਰੈਂਸ਼ੀਅਲ ਆਪਰੇਟਰ ਹੁੰਦੇ ਹਨ ਜਿਨ੍ਹਾਂ ਨੂੰ ਫੰਕਸ਼ਨ ਤੇ ਆਪਰੇਟ ਕਰਨਾ ਹੁੰਦਾ ਹੈ ਜੋ ਫੰਕਸ਼ਨ ਤੁਹਾਨੂੰ ਪਤਾ ਹੈ। ਬਸ ਇਹ ਦਿਖਾਉਣ ਦਾ ਸਮਾਂ ਹੈ ਕਿ ਇਹ ਲੈਡਰ ਆਪਰੇਟਰ ਬਾਰੇ ਜਦੋਂ ਮੈਂ ਗੱਲ ਕੀਤੀ ਤਾਂ ਇਹ ਅਬਸਟਰੈਕਟ ਲੱਗਿਆ ਹੋਵੇਗਾ, ਪਰ ਵੇਰਵੇ ਨੂੰ ਦੇਖੇ ਬਿਨਾਂ ਜਾਂ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੇਖੇ ਬਿਨਾਂ ਆਪਰੇਟਰ ਐਲਜੇਬਰਾ ਦੀ ਪਾਵਰ ਦਾ ਇਸਤੇਮਾਲ ਕਰਕੇ ਮੈਂ એનર્ਜੀ ਆਈਗਨ ਫੰਕਸ਼ਨ ਪ੍ਰਾਪਤ ਕਰ ਲਏ ਹਨ ਅਤੇ ਇਸਦੇ ਨਾਲ ਹੀ ਅਨੁਸਾਰੀ એનર્ਜੀ ਆਈਗਨ ਵੈਲਿਊ ਕਿਉਂਕਿ n+1 ਟੂਲ ਹੈ ਜੋ ਕਿ ਅਸਲ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਪਾਵਰਫੁਲ ਹੈ ਅਤੇ ਇਹ ਕਈ ਜਟਿਲ ਸਿਸਟਮ ਤੇ ਲਾਗੂ ਹੁੰਦਾ ਹੈ। ਅਸੀਂ ਇਸ ਨੂੰ ਹਾਰਮੋਨਿਕ ਓਸੀਲੇਟਰ ਅਲਜੇਬਰਾ ਦੇ ਤਹਿਤ ਮੈਪ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤਾਂ ਜਦੋਂ ਮੈਂ ਹਾਰਮੋਨਿਕ ਓਸੀਲੇਟਰ ਅਲਜੇਬਰਾ ਕਹਿੰਦੀ ਹਾਂ ਮੈਨੂੰ ਪਤਾ ਹੈ ਕਿ ਮੈਂ ਕੋਈ ਵੀ ਆਪਰੇਟਰ ਲਿਖ ਸਕਦੀ ਹਾਂ ਅਤੇ ਇੱਕ ਡੈਗਰ ਆਪਰੇਸ਼ਨ ਲਿਖ ਸਕਦੀ ਹਾਂ ਅਤੇ ਮੈਂ ਉਸ ਪ੍ਰਸ਼ਨ ਨੂੰ ਹੱਲ ਕਰ ਸਕਦੀ ਹਾਂ। ਇਸ ਲਈ ਪਾਵਰ ਆਫ ਆਪਰੇਟਰ ਅਤੇ ਸਿੱਧੀ ਫਾਰਮਲਿਜ਼ਮ ਅਸਲ ਵਿੱਚ ਤੁਸੀਂ ਹੋ ਤਾਂ ਤੁਸੀਂ ਇਸ ਤਰ੍ਹਾਂ ਜਾਰੀ ਰੱਖਦੇ ਹੋ ਅਤੇ ਬਾਕੀ ਸਾਰੀ ਐਕਸਾਈਟਿਡ ਸਟੇਟ ਨੂੰ ਚੈੱਕ ਵਜੋਂ ਨਿਰਧਾਰਿਤ ਕਰਦੇ ਹਾਂ। ਤੁਸੀਂ ਦੂਜੀ ਐਕਸਾਈਟਿਡ ਸਟੇਟ ਕਰਦੇ ਹੋ ਅਤੇ ਦੇਖੋ ਤੁਹਾਨੂੰ ਕੀ ਮਿਲਦਾ ਹੈ ਕਿਉਂਕਿ ਅਸੀਂ ਪਹਿਲਾਂ ਹੀ ਵਰਕਆਊਟ ਕਰ ਲਿਆ ਹੈ। ਐਕਸਪੈਕਟੇਸ਼ਨ ਵੈਲਿਊ 0 ਹੈ ਅਤੇ ਇਸ ਤਰ੍ਹਾਂ P ਦੀ ਐਕਸਪੈਕਟੇਸ਼ਨ ਵੈਲਿਊ ਵੀ 0 ਹੋਵੇਗੀ। ਸਟੈਂਡਰਡ ਡੇਵੀਏਸ਼ਨ ਜਾਂ ਐਕਸ ਅਤੇ P ਦੇ ਵਿੱਚ ਅਨਸਰਟੀਨਿਟੀ ਕੀ ਹਨ ਅਤੇ ਉਸਦੇ ਲਈ ਤੁਹਾਨੂੰ ਐਕਸ ਸਕੁਏਅਰ ਦੀ ਐਕਸਪੈਕਟੇਸ਼ਨ ਵੈਲਿਊ ਨੂੰ ਵਰਕਆਊਟ ਕਰਨ ਦੀ ਲੋੜ ਹੈ ਅਤੇ ਐਕਸਪੈਕਟੇਸ਼ਨ ਵੈਲਿਊ P ਸਕੁਏਅਰ ਅਤੇ ਤੁਸੀਂ ਵੀ ਇੰਜ ਕਰ ਸਕਦੇ ਹੋ ਜੋ ਕਿ ਸਪੈਸਿਫਿਕ ਸਟੇਟ ਲਈ ਕੀਤਾ ਜਾਂਦਾ ਹੈ ਤੇ ਤੁਸੀਂ ਤਸਦੀਕ ਕਰੋ ਕਿ ਤੁਸੀਂ P ਸਕੁਏਅਰ ਦੇ ਲਈ ਕਰ ਸਕਦੇ ਹੋ। ਤੁਸੀਂ ਤਸਦੀਕ ਕਰਦੇ ਹੋ ਕਿ ਇਹ ਅਨਸਰਟੀਨਿਟੀ ਨੂੰ ਸੰਤੁਸ਼ਟ ਕਰਦਾ ਹੈ। ਮੈਂ ਇਹ ਤੁਹਾਡੇ ਕਰਨ ਲਈ ਛੱਡਦੀ ਹਾਂ।